ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਪਰ ਉਪਾਏ ਨਾ ਬਨ ਹੈ ਕੋਈ। ਉਸ ਸਮੇਂ ਵੱਡੇ ਵੱਡੇ ਦੁੱਖਾਂ ਵਿਘਨਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਜੀ ਬੜੀਆਂ ਸੋਚਾਂ ਦੇ ਵਿੱਚ ਪੈ ਗਏ ਵੀ ਹੁਣ ਇਹਨਾਂ ਦੇ ਧਰਮ ਦਾ ਬਚਾਅ ਕਰਨ ਦੇ ਲਈ ਕੋਈ ਵੀ ਉਪਾਅ ਯਤਨ ਸਾਹਮਣੇ ਨਜ਼ਰ ਨਹੀਂ ਸੀ ਆਉਂਦਾ। ਸਤਿਗੁਰੂ ਜੀ ਬੜੇ ਉਦਾਸ ਹੋ ਕਰਕੇ ਆਪਣੇ ਸਿੰਘਾਸਣ ਦੇ ਉੱਪਰ ਬੈਠੇ ਹਨ। ਭਲੀ ਪ੍ਰਕਾਰ ਵਿਚਾਰਿਓ ਸੋਈ। ਆਪ ਦੀਨ ਦੁਨੀਆ ਦੇ ਮਾਲਕ ਮਨ ਦੇ ਅੰਦਰ ਬੜੀਆਂ ਵਿਚਾਰਾਂ ਕਰਨ ਲੱਗ ਪਏ ਹਨ ਵੀ ਕਿਵੇਂ ਹੁਣ ਇਹਨਾਂ ਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਕਰ ਨਿਸ਼ਚੈ ਉਰ ਮੈਂ ਜਬ ਲਹਿਓ। ਪਰ ਜਦੋਂ ਸਤਿਗੁਰੂ ਜੀ ਨੇ ਇਹ ਵਾਰਤਾ ਆਪਣੇ ਮਨ ਦੇ ਅੰਦਰ ਬੜੀ ਨਿਸ਼ਚੈ ਔਰ ਯਕੀਨ ਦੇ ਨਾਲ ਜਾਣ ਲਈ ਸੀ। ਦਿਜ ਗਨ ਸੰਗ ਗੁਰੂ ਤਬ ਕਹਿਓ। ਕਾਫੀ ਟਾਈਮ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੜੇ ਗੰਭੀਰ ਔਰ ਉਦਾਸ ਹੋ ਕਰਕੇ ਬੈਠੇ ਸੀ। ਉਹ ਅਚਾਨਕ ਹੀ ਉਸ ਸਮੇਂ ਗੋਬਿੰਦ ਰਾਏ ਜੀ ਜਿਨ੍ਹਾਂ ਦੀ ਉਮਰ ਤਕਰੀਬਨ 9 ਸਾਲ ਦੀ ਹੈ, ਬਾਲਕਿਆਂ ਦੇ ਨਾਲ ਖੇਡਦਿਆਂ ਮਹਾਰਾਜ ਦੇ ਪਾਸ ਪਹੁੰਚੇ। ਦੇਖਿਆ ਗੋਬਿੰਦ ਰਾਏ ਜੀ ਨੇ ਵੀ ਅੱਜ ਗੁਰੂ ਪਿਤਾ ਜੀ ਬਹੁਤ ਹੀ ਜ਼ਿਆਦਾ ਉਦਾਸ ਹੋ ਕਰਕੇ ਇਹਨਾਂ ਪੰਡਤਾਂ ਦੇ ਵਿੱਚ ਬੈਠੇ ਹਨ। ਉਸ ਸਮੇਂ ਗੋਬਿੰਦ ਰਾਏ ਜੀ ਨੇ ਗਲ ਵਕੜੀ ਪਾਈ, ਪੁੱਛਣ ਲੱਗੇ, ਐ ਗੁਰਦੇਵ ਅੱਜ ਆਪ ਇਤਨੇ ਉਦਾਸ ਕਿਉਂ ਹੋ ਗਏ ਹੋ? ਇਹੋ ਜਿਹੀ ਉਦਾਸੀ, ਇਹੋ ਜਿਹੀ ਗੰਭੀਰਤਾ ਤਾਂ ਅੱਜ ਤੱਕ ਮੈਂ ਕਦੇ ਤੁਹਾਡੇ ਨੂਰਾਨੀ ਚਿਹਰੇ ਦੇ ਉੱਪਰ ਕਦੇ ਵੀ ਨਹੀਂ ਦੇਖੀ। ਜਿਤਨੀ ਉਦਾਸੀ ਅੱਜ ਆਪ ਜੀ ਦੇ ਬੜੇ ਸੁੰਦਰ ਚਿਹਰੇ ਦੇ ਉੱਪਰ ਮੈਨੂੰ ਨਜ਼ਰ ਆ ਰਹੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਬੇਟਾ ਤੂੰ ਆਪਣੇ ਬੱਚਿਆਂ ਦੇ ਨਾਲ ਖੇਲ ਕਰਕੇ ਆਨੰਦ ਪ੍ਰਾਪਤ ਕਰ। ਤੈਂ ਇਹਨਾਂ ਗੱਲਾਂ ਤੋਂ ਲੈਣਾ ਕੀ ਹੈ? ਪਰ ਗੋਬਿੰਦ ਰਾਏ ਜੀ ਨੇ ਗਲ ਵਕੜੀ ਪਾ ਕਰਕੇ ਫਿਰ ਪੁੱਛਿਆ, ਗੁਰੂ ਪਿਤਾ ਜੀ ਦੱਸੋ ਤਾਂ ਸਹੀ, ਆਪ ਦੇ ਉਦਾਸ ਹੋਣ ਦਾ ਇਤਨਾ ਵੱਡਾ ਕਾਰਨ ਕੀ ਹੋ ਗਿਆ ਹੈ? ਸੁਣ ਕਰਕੇ ਮਹਾਰਾਜ ਕਹਿਣ ਲੱਗੇ, ਪੁੱਤਰ ਦੀ ਦੇਖ, ਇਹਨਾਂ ਦੇ ਧਰਮ ਦੇ ਉੱਪਰ ਹੁਣ ਇਹੋ ਜਿਹੀ ਬਿਰਤਾ ਆ ਬਣੀ ਹੈ। ਔਰ ਜਿਹੜੇ ਸਾਹਮਣੇ ਤੇਰੇ ਬੜੇ ਬੜੇ ਵਿਦਵਾਨ ਬ੍ਰਾਹਮਣ ਲੋਕ ਬੈਠੇ ਹਨ, ਇਹਨਾਂ ਦਾ ਧਰਮ ਤਾਂ ਬਚ ਸਕਦਾ ਹੈ ਕੋਈ ਉਹ ਜਿਹਾ ਮਹਾਨ ਸਤਪੁਰਖ ਆਪਣੇ ਸੀ ਦਾ ਬਲੀਦਾਨ ਕਰੇ ਤਾਂ ਫਿਰ ਇਹਨਾਂ ਦਾ ਜਿਹੜਾ ਧਰਮ ਹੈ, ਮਜ਼ਹਬ ਹੈ, ਹਿੰਦੁਸਤਾਨ ਦੇ ਵਿੱਚ ਰਹਿ ਜਾਏਗਾ। ਨਹੀਂ ਤਾਂ ਫਿਰ ਬਾਦਸ਼ਾਹ ਔਰੰਗਜ਼ੇਬ ਨੇ ਇਹਨਾਂ ਦਾ ਧਰਮ ਹੀ ਖਤਮ ਕਰ ਦੇਣਾ ਹੈ। ਸੁਣ ਕਰਕੇ ਗੋਬਿੰਦ ਰਾਏ ਜੀ ਕਹਿਣ ਲੱਗੇ, ਮਹਾਰਾਜ ਆਪ ਤੋਂ ਬਗੈਰ ਦੁਨੀਆ ਦੇ ਵਿੱਚ ਕਿਹੜਾ ਕੋਈ ਵੱਡਾ ਸਤਪੁਰਸ਼ ਹੋ ਸਕਦਾ ਹੈ? ਅਗਰ ਇਹਨਾਂ ਦੇ ਧਰਮ ਦੀ ਸਥਿਰਤਾ ਦੁਨੀਆ ਦੇ ਵਿੱਚ ਰਹਿ ਸਕਦੀ ਹੈ, ਫਿਰ ਆਪ ਹੀ ਇਹੋ ਜਿਹਾ ਮਹਾਨ ਪਰਉਪਕਾਰ ਕਰ ਸਕਦੇ ਹੋ। ਸੁਣ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਪੁੱਤਰ ਜੀ ਜਰਾ ਮਨ ਦੇ ਵਿੱਚ ਸੋਚ ਲੈ, ਜੇ ਮੈਂ ਆਪਣਾ ਸੀਸ ਕੁਰਬਾਨ ਕਰ ਦਿੱਤਾ ਤੈਂ ਵੀ ਫਿਰ ਸਦਾ ਦੇ ਲਈ ਯਤੀਮ ਹੋ ਜਾਣਾ, ਤੇਰੀ ਮਾਤਾ ਇਹ ਵੀ ਵਿਧਵਾ ਹੋ ਜਾਏਗੀ। ਇਹ ਸੁਣ ਕਰਕੇ ਗੋਬਿੰਦ ਰਾਏ ਜੀ ਕਹਿਣ ਲੱਗਾ, ਸੱਚੇ ਪਾਤਸ਼ਾਹ
ਅਗਰ ਮੇਰੇ ਇੱਕ ਦੇ ਯਤੀਮ ਅਨਾਥ ਹੋਣ ਦੇ ਨਾਲ ਲੱਖਾਂ ਹੀ ਜਿਹੜੇ ਪੁੱਤਰ ਯਤੀਮ ਅਨਾਥ ਹੋਣ ਤੋਂ ਬਚ ਸਕਦੇ ਹਨ। ਅਗਰ ਮੇਰੀ ਇੱਕੋ ਮਾਤਾ ਵਿਧਵਾ ਹੋਣ ਕਰਕੇ ਲੱਖਾਂ ਹੀ ਮਾਤਾਵਾਂ ਸੰਸਾਰ ਦੀਆਂ ਵਿਧਵਾ ਹੋਣ ਤੋਂ ਬਚ ਸਕਦੀਆਂ ਨੇ, ਫਿਰ ਇਹਦੇ ਵਿੱਚ ਕੋਈ ਵੀ ਸੋਚਣ ਦੀ ਬਾਕੀ ਲੋੜ ਨਹੀਂ ਰਹਿ ਜਾਂਦੀ। ਸੁਣ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋਏ। ਬੇਟਾ ਮੈਂ ਤਾਂ ਇਹੋ ਜਿਹੀਆਂ ਆਸਾਂ ਤੇਰੇ ਉੱਪਰ ਬੜੇ ਲੰਮੇ ਸਮੇਂ ਤੋਂ ਮਨ ਦੇ ਅੰਦਰ ਧਾਰਨ ਕੀਤੀਆਂ ਹੋਈਆਂ ਸਨ। ਸੁਣ ਕਰਕੇ ਜਿਹੜੇ ਸਿਆਣੇ ਸਿਆਣੇ ਗੌਰਵ ਸਿੱਖ ਮਹਾਰਾਜ ਦੇ ਪਾਸ ਬੈਠੇ ਹੈਰਾਨ ਹੋ ਗਏ ਵੀ ਗੋਬਿੰਦ ਰਾਏ ਜੀ ਦੀ ਉਮਰ ਤਾਂ ਹੈ 9 ਸਾਲ ਦੀ, ਪਰ ਚਿੱਤ ਦੇ ਅੰਦਰ ਕਿਤਨਾ ਵੀਰ ਰਸ ਤੇ ਕਿਤਨੀ ਵੱਡੀ ਇਹਨਾਂ ਦੇ ਦਲੇਰੀ ਭਰੀ ਹੋਈ ਹੈ। ਉਸ ਵਕਤ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਿਰ ਆਪਣਾ ਸੀਸ ਕੁਰਬਾਨ ਕਰਕੇ ਇਹਨਾਂ ਦੇ ਧਰਮ ਨੂੰ ਬਚਾਉਣਾ ਚਾਹੁੰਦੇ ਹਨ। ਵਿਪਰ ਬ੍ਰਿੰਦ ਤੁਮ ਇਕੱਠੇ ਹੋਵੋ। ਸਤਿਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਸਾਰੇ ਬ੍ਰਾਹਮਣ ਔਰ ਵਿਦਵਾਨ ਪੰਡਤਾਂ ਨੇ ਇੱਕ ਥਾਂ ਤੇ ਇਕੱਠਿਆਂ ਹੋ ਜਾਣਾ ਹੈ। ਕਰੋ ਸਕੇਲਨ ਜਿਹੇ ਸ਼ੁਭ ਜੋਬ ਹੋ। ਜਿਹੜਾ ਵੀ ਕੋਈ ਤੁਹਾਨੂੰ ਬੜਾ ਸਿਆਣਾ ਦੂਰਅੰਦੇਸ਼ੀ ਜਾਂ ਵਿਦਵਾਨ ਪੰਡਤ ਲੱਗਦਾ ਹੈ, ਉਹਨੂੰ ਵੀ ਤੁਸੀਂ ਆਪਣੇ ਵੱਡੇ ਵੱਡੇ ਸ਼ਹਿਰਾਂ ਔਰ ਨਗਰਾਂ ਦੇ ਵਿੱਚੋਂ ਬੁਲਾ ਲੈਣਾ ਹੈ। ਦਿੱਲੀ ਪੁਰਕੋ ਸਕਲ ਪਿਆਨੋ। ਫਿਰ ਇਕੱਠਿਆਂ ਹੋ ਕਰਕੇ ਤੁਸੀਂ ਦਿੱਲੀ ਸ਼ਹਿਰ ਦੇ ਵਿੱਚ ਪਹੁੰਚਣਾ ਹੈ। ਤਾਹਾਂ ਜਾਏ ਨਿਜ ਬਿਰਥਾ ਬਖਾਨੋ। ਜਾ ਕਰਕੇ ਆਪਣੇ ਮਨ ਦੀ ਪੀੜਾ ਜੋ ਹੈ ਤੁਹਾਡੇ ਹਿਰਦੇ ਦਾ ਦੁੱਖ ਹੈ ਬਾਦਸ਼ਾਹ ਦੇ ਪਾਸ ਦੱਸਣਾ ਪਵੇਗਾ। ਹਮਰੇ ਛਤਰੀ ਹੈ ਜਜਮਾਨ। ਜਾ ਕਰਕੇ ਤੁਸੀਂ ਇਹ ਗੱਲ ਉਸ ਜ਼ਾਲਮ ਪਾਪੀ ਬਾਦਸ਼ਾਹ ਔਰੰਗਜ਼ੇਬ ਨੂੰ ਕਹਿ ਦਿਓ ਵੀ ਦੇਖੋ ਸਾਡੇ ਜਿਹੜੇ ਖੱਤਰੀ ਇਹ ਪਹਿਲਾਂ ਤੋਂ ਹੀ ਬਹੁਤ ਵੱਡੇ ਜਜਮਾਨ ਬਣੇ ਹੋਏ ਹਨ। ਤਿੰਨ ਤੇ ਕਰਹਿ ਖਾਨ ਅਰਪਾਨ। ਸਾਨੂੰ ਤਾਂ ਖਾਣ ਪੀਣ ਦੀਆਂ ਸਾਰੀਆਂ ਜਿਹੜੀਆਂ ਵਸਤੂਆਂ ਬੜੇ ਲੰਮੇ ਸਮੇਂ ਤੋਂ ਇਹਨਾਂ ਜਜਮਾਨਾਂ ਦੇ ਪਾਸੋਂ ਹੀ ਪ੍ਰਾਪਤ ਹੁੰਦੀਆਂ ਹਨ। ਰਹਿ ਅਲੰਬ ਸਦਾ ਹਮ ਤਾਹੂ। ਸਦਾ ਬਾਤ ਅਸੀਂ ਤਾਂ ਇੱਕ ਜਿਹੜੇ ਜਜਮਾਨ ਖੱਤਰੀ ਉੱਚੇ ਘਰਾਣੇ ਦੇ ਉਹਨਾਂ ਦੇ ਉੱਪਰੀ ਬੜਾ ਆਪਣਾ ਜਿਹੜਾ ਆਸਰਾ ਤਾਰਨ ਕੀਤਾ ਹੋਇਆ ਹੈ। ਦਾਨ ਅਨੇਕ ਬਿਦਨ ਲੈ ਜਾਹੂ। ਜਿਹੜੇ ਨੇ ਖੱਤਰੀ ਵਰਨ ਦੇ ਵਿੱਚ ਪੈਦਾ ਹੋਣ ਵਾਲੇ ਸਾਡੇ ਜਜਮਾਨ ਉਹਨਾਂ ਦੇ ਕਾਲੋਂ ਅਨੇਕਾਂ ਪ੍ਰਕਾਰ ਦੇ ਸਾਨੂੰ ਦਾਨ ਵੀ ਪ੍ਰਾਪਤ ਹੁੰਦੇ ਰਹਿੰਦੇ ਨੇ, ਚਾਹੇ ਮਾਇਆ ਚਾਹੇ ਕੱਪੜੇ ਨੇ ਸੋਨਾ ਚਾਂਦੀ ਵੱਡੇ ਵੱਡੇ ਦਾਨ ਇਹਨਾਂ ਦੇ ਪਾਸੋਂ ਹੀ ਅਸੀਂ ਪ੍ਰਾਪਤ ਕਰਦੇ ਰਹਿੰਦੇ ਹਾਂ। ਤਿੰਨ ਮਹਿ ਲੀਜੈ ਨਾਮ ਹਮਾਰੋ। ਸਤਿਗੁਰੂ ਜੀ ਕਹਿਣ ਲੱਗੇ ਵੀ ਉਹਨਾਂ ਖੱਤਰੀਆਂ ਦੇ ਵਿੱਚ ਜਾ ਕਰਕੇ ਤੁਸੀਂ ਸਾਡਾ ਜਿਹੜਾ ਨਾਮ ਬਾਦਸ਼ਾਹ ਔਰੰਗ ਦੇ ਪਾਸ ਲੈ ਦੇਣਾ ਹੈ। ਕਰੋ ਬੁਲਾਵਨ ਸਕਲ ਉਚਾਰੋ। ਇਹ ਗੱਲ ਤੁਸੀਂ ਸਾਰਿਆਂ ਨੇ ਬਾਦਸ਼ਾਹ ਦੇ ਪਾਸ ਕਹਿ ਦੇਣੀ ਹੈ ਵੀ ਜਦੋਂ ਤੁਸੀਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਆਪਣੇ ਪਾਸ ਬੁਲਾ ਕਰਕੇ ਸ਼ਰ੍ਹਾ ਦੇ ਵਿੱਚ ਲੈ ਆਉਣਾ ਹੈ। ਸੋ ਜਬ ਸੁਨ ਜਿਸ ਮਗ ਕੋ ਚਾਲੇ। ਜੈਸ ਰਸਤੇ ਰਾਹੀਂ ਸਤਿਗੁਰੂ ਜੀ ਚੱਲਣਗੇ ਜਦੋਂ ਅਸੀਂ ਕੰਨਾਂ ਦੇ ਨਾਲ ਸੁਣ ਲੈਣਾ ਵੀ ਦੀਨ ਦੁਨੀਆ ਦੇ ਮਾਲਕ ਨੇ ਜੇ ਕਿਤੇ ਤੁਹਾਡਾ ਦੀਨ ਇਸਲਾਮ ਕਬੂਲ ਕਰ ਲਿਆ ਫਿਰ ਤਾਂ ਤੁਹਾਨੂੰ ਇਤਨੇ ਜਿਹੜੇ ਤਸੱਦਦ ਇਤਨੇ ਵੱਡੇ ਵੱਡੇ ਜ਼ੁਲਮ ਕਰਨ ਦੀ ਕੋਈ ਵੀ ਲੋੜ ਨਹੀਂ ਰਹਿਣੀ। ਜੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਮੁਸਲਮਾਨ ਬਣਾ ਲਿਆ ਤੁਸੀਂ ਫਿਰ ਤਾਂ ਅਸੀਂ ਸਾਰਿਆਂ ਨੇ ਆਪਣੇ ਆਪ ਹੀ
ਕਲਮ ਪੜ੍ਹ ਲੈਣੀਆਂ ਹਨ। ਤਿਨ ਪਿਛੈ ਹਿੰਦੂ ਜਗ ਜਾਲੇ। ਜਿਤਨੇ ਵੀ ਆ ਸੰਸਾਰ ਦੇ ਵਿੱਚ ਹਿੰਦੂ ਦੇ ਨੇ ਨਾ, ਇਹ ਸਾਰੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਿੱਛੇ ਚੱਲਣ ਵਾਲੇ ਹਨ। ਕਿਉ ਤੁਮ ਸਭਨ ਸੰਗ ਇਮ ਕਹੋ। ਤਾਂ ਤੁਸੀਂ ਐਵੇਂ ਗਰੀਬ ਜਨਤਾ ਨੂੰ, ਗਰੀਬ ਹਿੰਦੂਆਂ ਨੂੰ ਬੜਾ ਹੀ ਤੰਗ ਕੀਤਾ ਹੋਇਆ ਹੈ। ਵਾਰ-ਵਾਰ ਇਹਨਾਂ ਦੇ ਉੱਪਰ ਤੁਸੀਂ ਬੜੀ ਧੱਕੇਸ਼ਾਹੀ ਵੀ ਕੀਤੀ ਹੈ। ਏਕ ਮੂਲ ਸੋ ਇੱਛਿਆ ਲਹੋ। ਜਿਹੜਾ ਇੱਕ ਸਾਡੇ ਸਾਰਿਆਂ ਦਾ ਮੂਲ ਹੈ, ਸਾਡੇ ਸਾਰਿਆਂ ਦਾ ਜੋ ਹੈ ਜੜ ਰੂਪ, ਜਦੋਂ ਤੁਸੀਂ ਉਹਨਾਂ ਨੂੰ ਆਪਣੇ ਦੀਨ ਮਜ਼ਹਬ ਦੇ ਵਿੱਚ ਲੈ ਆਵੋਗੇ। ਇਮ ਸੁਨ ਹਮੈ ਹਕਾਰਨ ਕਰ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਜਦੋਂ ਇਹ ਬਾਰਕਾ ਬਾਦਸ਼ਾਹ ਔਰੰਗਜ਼ੇਬ ਨੇ ਸੁਣ ਲਈ, ਉਹਨੇ ਵੀ ਫਿਰ ਸਾਨੂੰ ਬੁਲਾਉਣ ਦੇ ਲਈ ਆਪਣੇ ਪਰਵਾਨੇ ਭੇਜ ਦੇਣੇ ਹਨ। ਤਬ ਸਭ ਹਿੰਦੁਨ ਧਰਮ ਉਬਰ ਹੈ। ਫਿਰ ਤੁਹਾਡਾ ਜਿਹੜਾ ਹਿੰਦੂਆਂ ਦਾ ਧਰਮ ਬਚ ਸਕਦਾ ਹੈ। ਜਿਉ ਕਿਉ ਰੱਖਿਆ ਕਰਹਿ ਤੁਮਾਰੀ। ਮਹਾਰਾਜ ਕਹਿ ਲਗੇ ਪੰਡਤ ਲੋਗੋ, ਜਿਵੇਂ ਕਿਵੇਂ ਹੋ ਸਕਿਆ ਤੁਹਾਡੇ ਧਰਮ ਦੀ ਅਸੀਂ ਜ਼ਰੂਰ ਰੱਖਿਆ ਕਰਨੀ ਹੈ। ਸ਼ਿਵ ਉਚਰੀ ਸੋ ਹਮ ਉਰ ਧਾਰੀ। ਜਿਵੇਂ ਸ਼ਿਵ ਜੀ ਭਗਵਾਨ ਭੋਲੇਨਾਥ ਨੇ ਤੁਹਾਡੇ ਪਾਸ ਆਪਣੇ ਵੱਲੋਂ ਇੱਕ ਚਿੱਠੀ ਪੱਤਰਕਾ ਵੀ ਤੁਹਾਡੇ ਪਾਸ ਸੁੱਟਣੀ ਕੀਤੀ ਹੈ। ਇਮ ਉਪਾਏ ਸੁਨ ਦਿਜ ਸਮੁਦਾਏ। ਜਦੋਂ ਇਹ ਉਪਾਅ ਯਤਨ ਇਹਨਾਂ ਸਾਰੇ ਬ੍ਰਾਹਮਣਾਂ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਰਸਨਾ ਤੋਂ ਸੁਣ ਲਿਆ ਸੀ। ਇਮ ਉਪਾਏ ਸੁਨ ਦਿਜ ਸਮੁਦਾਏ। ਇਹੋ ਜਿਹਾ ਸੌਖਾ ਜਿਹਾ ਉਪਾਅ ਯਤਨ ਇਹਨਾਂ ਸਾਰੇ ਪੰਡਤਾਂ ਨੇ ਆਪਣੇ ਕੰਨਾਂ ਦੇ ਨਾਲ ਸੁਣ ਲਿਆ ਹੈ। ਧੰਨ ਧੰਨ ਕਹਿ ਸੀਸ ਨਿਵਾਏ। ਸਾਰੇ ਹੀ ਧੰਨ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬਾਰ ਬਾਰ ਮਹਾਰਾਜ ਦੇ ਅੱਗੇ ਫਿਰ ਤਾਂ ਇਹ ਪੰਡਤ ਡੰਡੌਤਾਂ ਕਰਨ ਲੱਗ ਪਏ ਹਨ। ਕਹੀ ਗੁਰੂ ਸਭ ਹਿਨ ਮਨ ਮਾਨੀ। ਜਿਹੜੇ ਬਚਨ ਸਤਿਗੁਰੂ ਜੀ ਨੇ ਕੀਤੇ ਉਹ ਇਹਨਾਂ ਨੇ ਆਪਣੇ ਭਲੇ ਦੇ ਲਈ ਮਨ ਦੇ ਅੰਦਰ ਮੰਨ ਲੈਣੇ ਕੀਤੇ ਹਨ। ਰਹਿ ਧਰਮ ਹਮ ਨਿਸ਼ਚੇ ਜਾਨੀ। ਬੇਨਤੀਆਂ ਕੀਤੀਆਂ ਸੱਚੇ ਪਾਤਸ਼ਾਹ ਗਰੀਬ ਨਵਾਜ, ਸਾਨੂੰ ਵੀ ਥੋੜਾ ਜਿਹਾ ਯਕੀਨ ਭਰੋਸਾ ਜ਼ਰੂਰ ਹੋ ਗਿਆ ਵੀ ਹੁਣ ਸਾਡੇ ਧਰਮ ਦਾ ਹਿੰਦੁਸਤਾਨ ਦੇ ਵਿੱਚ ਬਚਾਅ ਹੋ ਜਾਏਗਾ। ਏਕ ਜਾਮ ਲਗ ਦਰਸ਼ਨ ਕੀਨ। ਇਹਨਾਂ ਸਾਰੇ ਵਿਦਵਾਨ ਪੰਡਤਾਂ ਨੇ ਇੱਕ ਪੈਰ ਦੀਵਾਨ ਦੇ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਵੀ ਕੀਤੇ ਹਨ। ਪੁਨ ਉਠ ਆਏ ਵਹਿਰ ਪਰਵੀਨ। ਜਿਹੜੇ ਨੇ ਬੜੇ ਸਿਆਣੇ ਪੜ੍ਹੇ ਲਿਖੇ ਵਿਦਵਾਨ ਫਿਰ ਉੱਠ ਕਰਕੇ ਬਾਹਰਲੇ ਪਾਸੇ ਆ ਗਏ ਸੀ। ਇੱਕ ਦੋਏ ਦਿਨ ਆਨੰਦਪੁਰ ਬਾਸੇ। ਇੱਕ ਦੋ ਦਿਨ ਇਹਨਾਂ ਨੇ ਆਨੰਦਪੁਰ ਦੇ ਵਿੱਚ ਰਹਿ ਕਰਕੇ ਬਤੀਤ ਕੀਤੇ ਸਨ। ਦਰਸ਼ਨ ਕਰ ਕਰ ਹਿਰਦੈ ਹੁਲਾਸੇ। ਜਦੋਂ ਵੀ ਸਤਿਗੁਰੂ ਜੀ ਦਾ ਸਾਹਮਣੇ ਕਰਦੇ ਨੇ ਦਰਸ਼ਨ, ਸਾਰੇ ਪੰਡਤ ਮਨ ਦੇ ਵਿੱਚ ਇਹਨਾਂ ਦੇ ਬੜਾ ਉਤਸ਼ਾਹ, ਇੱਕ ਤਰ੍ਹਾਂ ਦੀ ਜਿਹੜੀ ਦਲੇਰੀ ਪੈਦਾ ਹੋ ਜਾਂਦੀ ਹੈ। ਬਹੁਰ ਪਾਏ ਆਏ ਸਗੁਰ ਕੇਰੀ। ਫਿਰ ਸਾਰੇ ਬ੍ਰਾਹਮਣ ਪੰਡਤ ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਆਪਣੇ ਇਲਾਕਿਆਂ ਨੂੰ ਤੁਰ ਪਏ ਹਨ। ਭਏ ਤਿਆਰ ਚੱਲਵੇ ਤਿਸ ਬੇਰੀ। ਜਦੋਂ ਪਤਾ ਲੱਗਿਆ ਵੀ ਸਤਿਗੁਰੂ ਜੀ ਨੇ ਸਾਡੇ ਧਰਮ ਦੀ ਰੱਖਿਆ ਜ਼ਰੂਰ ਕਰਨੀ ਹੈ, ਸੁਣ ਕਰਕੇ ਸਾਰੇ ਪੰਡਤ ਵਾਪਸ ਚੱਲ ਪਏ ਸਨ। ਅਪਰ ਵਿਪਰ ਬੁੱਧਵੰਤੇ ਜੇਈ। ਹੋਰ ਵੀ ਜਿਹੜੇ ਬੜੇ ਸਿਆਣੇ ਸ੍ਰੇਸ਼ਟ ਬੁੱਧੀ ਨੂੰ ਧਾਰਨ ਕਰਨ ਵਾਲੇ ਬੜੇ ਵਿਦਵਾਨ ਪੰਡਤ ਚੱਲ ਕਰਕੇ ਆਏ ਸਨ। ਕਰੇ ਹਕਾਰਨ ਮੇਲੇ ਤੇਈ। ਇਹਨਾਂ ਨੇ ਫਿਰ ਜਿੱਥੇ ਵੀ ਪਤਾ ਲੱਗਿਆ ਵੀ ਫਲਾਣੇ ਨਗਰ ਜਾਂ ਫਲਾਣੇ ਸ਼ਹਿਰ ਦੇ ਵਿੱਚ ਕੋਈ ਹੋ ਜਿਹਾ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਗੱਲਬਾਤ ਕਰਨ ਵਾਲਾ ਵਿਦਵਾਨ ਪੰਡਤ ਰਹਿੰਦਾ, ਉੱਥੋਂ ਹੀ ਸੁਨੇਹਾ ਭੇਜ ਕਰਕੇ ਬੁਲਾ ਲਿਆ ਸੀ। ਬ੍ਰਿੰਦ ਹੋਏ ਕਰ ਪੰਥ ਪਿਆਨੇ। ਬਹੁਤ ਸਾਰੇ ਇਕੱਠੇ ਹੋ ਕਰਕੇ ਹੁਣ
ਦਿੱਲੀ ਸ਼ਹਿਰ ਦੇ ਵੱਲ ਚੱਲ ਪਏ ਹਨ। ਜਿਸ ਪੁਰ ਮੈਂ ਤੁਰਕੇਸ਼ ਮਹਾਨੇ ਜੈਸਾ ਦਿੱਲੀ ਸ਼ਹਿਰ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਰਿਹਾ ਕਰਦਾ ਸੀ। ਕੇਤਕ ਦਿਨ ਮੈਂ ਪਹੁੰਚੇ ਜਾਏ ਜਦੋਂ ਚੱਲਦੇ ਆ ਕਈ ਦਿਨਾਂ ਦੇ ਅੰਦਰ ਦਿੱਲੀ ਸ਼ਹਿਰ ਦੇ ਵਿੱਚ ਪਹੁੰਚ ਗਏ ਸੀ। ਬਹੁ ਪੁਰ ਕੇ ਮਿਲ ਦਵਿਜ ਸਮੁਦਾਏ ਆਲੇ ਦੁਆਲੇ ਪਿੰਡਾਂ ਨਗਰਾਂ ਦੇ ਵਿੱਚ ਹੋਰ ਵੀ ਬੜੇ ਜਿਹੜੇ ਵਿਦਵਾਨ ਪੰਡਤ ਇਹਨਾਂ ਦੇ ਨਾਲ ਇਕੱਠੇ ਹੋ ਗਏ ਹਨ। ਦੁਰਗ ਤੁਰਕ ਕੇ ਥਿਰੇ ਅਗਾਰੀ ਬੜੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਬ੍ਰਾਹਮਣ ਵਿਦਵਾਨ ਚੱਲ ਕਰਕੇ ਬਾਦਸ਼ਾਹ ਦੇ ਕਿਲ੍ਹੇ ਦੇ ਦਰਵਾਜ਼ੇ ਅੱਗੇ ਇਹਨਾਂ ਨੇ ਵੀ ਆਪਣੇ ਚੌਂਕੜੇ ਮਾਰ ਲਏ ਹਨ। ਬੂਝੇ ਆਪਣੀ ਬ੍ਰਿਥਾ ਉਚਾਰੀ ਜਦੋਂ ਬਾਦਸ਼ਾਹ ਔਰੰਗਜ਼ੇਬ ਦੇ ਨੌਕਰ ਪੁੱਛਣ ਲੱਗੇ ਵੀ ਕੀ ਗੱਲ ਹੋ ਗਈ, ਉਹ ਤੁਸੀਂ ਇੱਥੇ ਬਾਦਸ਼ਾਹ ਦੇ ਕਿਲ੍ਹੇ ਦਾ ਦਰਵਾਜ਼ਾ ਹੀ ਮੱਲ ਲਿਆ ਹੈ। ਬਹੁ ਪੁਰ ਕੇ ਦਿਜ ਹਮ ਸਮੁਦਾਏ ਦੱਸਿਆ ਵੀ ਅਸੀਂ ਤਾਂ ਬੜੇ ਵੱਡੇ ਵੱਡੇ ਨਗਰਾਂ ਔਰ ਸ਼ਹਿਰਾਂ ਦੇ ਵਿੱਚੋਂ ਵਿਦਵਾਨ ਪੰਡਤ ਚੱਲ ਕਰਕੇ ਆਏ ਹਾਂ। ਦੁੱਖ ਕੋ ਪਾਏ ਪੁਕਾਰੂ ਆਏ ਸਾਡੇ ਧਰਮ ਦੇ ਉੱਪਰ ਬਹੁਤ ਵੱਡੀ ਇੱਕ ਵਿਪਤਾ ਪੈ ਚੁੱਕੀ ਹੈ। ਆਪਣੇ ਵੱਲੋਂ ਅਸੀਂ ਬਾਦਸ਼ਾਹ ਦੇ ਪਾਸ ਕੋਈ ਨਾ ਕੋਈ ਫਰਿਆਦ ਕੋਈ ਪੁਕਾਰ ਕਰਨੀ ਚਾਹੁੰਦੇ ਹਾਂ। ਬਾਦਸ਼ਾਹ ਜਬ ਸੁਨੈ ਬਿਰਤੰਤ ਸਾਰੇ ਜਿਹੜੇ ਪੰਡਤ ਵਿਦਵਾਨ ਕਹਿਣ ਲੱਗੇ ਵੀ ਇਹਦਾ ਹਾਲਤ ਉਹਦੀ ਹੋਣਾ ਜਦੋਂ ਸਾਡੀ ਵਾਰਤਾ ਬਾਦਸ਼ਾਹ ਔਰੰਗਜ਼ੇਬ ਨੇ ਆਪ ਖੁਦ ਬੜੇ ਧਿਆਨ ਦੇ ਨਾਲ ਸੁਣ ਲੈਣੀ ਹੈ। ਤਬ ਹੂੰ ਨਿਸ਼ਚੈ ਬਨਹਿ ਮਤੰਤ ਜਦੋਂ ਬਾਦਸ਼ਾਹ ਦੇ ਪਾਸ ਦੱਸੋਗੇ ਫਿਰ ਅਸੀਂ ਆਪਣੇ ਆਉਣ ਦੀ ਜਿਹੜੀ ਹਕੀਕਤ ਉਹ ਵੀ ਬਾਦਸ਼ਾਹ ਦੇ ਪਾਸ ਸਾਰਿਆਂ ਨੇ ਰਲ ਮਿਲ ਕਰਕੇ ਦੱਸ ਦੇਣੀ ਹੈ। ਜੇ ਕਸ਼ਮੀਰ ਆਦਿ ਗਨ ਦੇਸ਼ ਜਿਹੜੇ ਕਸ਼ਮੀਰ ਜਾਂ ਹੋਰ ਬੜੇ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਸਿਆਣੇ ਸਿਆਣੇ ਵਿਦਵਾਨ ਪੰਡਤ ਦੂਰੋਂ ਦੂਰੋਂ ਇਹ ਚੱਲ ਕਰਕੇ ਆਏ ਹਨ। ਹੋਏ ਹਿੰਦੁਨ ਪਰ ਜ਼ੁਲਮ ਵਿਸ਼ੇਸ਼ ਬਾਦਸ਼ਾਹ ਦੇ ਨੌਕਰਾਂ ਨੂੰ ਦੱਸਿਆ ਵੀ ਤੁਹਾਨੂੰ ਪਤਾ ਹੀ ਹੈ ਹਿੰਦੂਆਂ ਦੇ ਉੱਪਰ ਕਿਤਨੇ ਵੱਡੇ ਵੱਡੇ ਜਿਹੜੇ ਸਾਰੇ ਜ਼ੁਲਮ ਹੋਣ ਲੱਗ ਪਏ ਹਨ। ਇਮ ਸੁਨ ਗਇਓ ਸ਼ਾਹੇ ਲਖ ਮਰਜੀ ਇਸ ਨੌਕਰ ਨੇ ਬਾਦਸ਼ਾਹ ਔਰੰਗਜ਼ੇਬ ਦਾ ਖਿਆਲ ਜਾਣ ਕਰਕੇ ਸਾਰੀ ਗੱਲਬਾਤ ਇਹਨਾਂ ਦੁਖੀ ਪੰਡਤਾਂ ਦੀ ਜਾ ਕਰਕੇ ਦੱਸ ਦਿੱਤੀ ਹੈ। ਕਰੀ ਅਰਜ਼ ਬੇਗੀ ਤਬ ਅਰਜੀ ਜਿਹੜਾ ਅਰਜ਼ ਬੇਗੀ ਬਾਦਸ਼ਾਹ ਦੇ ਪਾਸ ਪਬਲਿਕ ਦੇ ਲੋਕਾਂ ਦੇ ਦੁੱਖਾਂ ਔਰ ਸੁੱਖਾਂ ਨੂੰ ਜਾ ਕਰਕੇ ਦੱਸਿਆ ਕਰਦਾ ਸੀ। ਇਹਨੇ ਫਿਰ ਪੰਡਤਾਂ ਦੇ ਬਾਰੇ ਵੀ ਸਾਰੀ ਗੱਲਬਾਤ ਬਾਦਸ਼ਾਹ ਦੇ ਕੋਲ ਕਹਿ ਦਿੱਤੀ ਹੈ। ਹਜ਼ਰਤ ਸ਼ਾਹੋ ਸਲਾਮਤ ਸੁਨੀਐ ਹੈ ਕਹਿ ਲੱਗੇ ਬਾਦਸ਼ਾਹ ਸਲਾਮਤ ਉਹ ਕਿਲ੍ਹੇ ਦੇ ਦਰਵਾਜ਼ੇ ਦੇ ਅੱਗੇ ਬਹੁਤ ਸਾਰੇ ਜਿਹੜੇ ਬ੍ਰਾਹਮਣ ਵਿਦਵਾਨ ਇਕੱਠੇ ਹੋ ਕਰਕੇ ਬੈਠੇ ਹਨ। ਗਨ ਦੇਸ਼ਨ ਕੇ ਦਿਜ ਬਹੁ ਗਨੀਐ ਹੈ ਜਿਹੜੇ ਬੜੇ ਇਲਾਕਿਆਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚੋਂ ਹੈ ਸਾਰੇ ਜਿਹੜੇ ਪੰਡਤ ਚੱਲ ਕਰਕੇ ਪਹੁੰਚੇ ਹਨ। ਪਾਏ ਕਸ਼ਟ ਕੋ ਆਏ ਪੁਕਾਰਿਓ ਇਹਨਾਂ ਨੂੰ ਕੋਈ ਇਹੋ ਜਿਹਾ ਦੁੱਖ ਇਹੋ ਜਿਹਾ ਕਸ਼ਟ ਸਾਹਮਣੇ ਆ ਗਿਆ ਜਿਸ ਕਰਕੇ ਇਹ ਵੀ ਵਿਚਾਰੇ ਹੁਣ ਆਪਣੀ ਪੁਕਾਰ ਤੁਹਾਡੇ ਪਾਸ ਕਰਨਾ ਚਾਹੁੰਦੇ ਹਨ। ਚਹਿਤ ਆਪ ਕੇ ਪਾਸ ਉਚਾਰੋ ਕਹਿ ਲੱਗਿਆ ਵੀ ਜਿਹੜੀ ਇਹਨਾਂ ਦੀ ਪੀੜਾ ਹੈ ਜੋ ਇਹਨਾਂ ਦੀ ਤਕਲੀਫ ਹੈ ਪੰਡਤਾਂ ਦੀ ਇਹ ਤੁਹਾਡੇ ਪਾਸ ਸਾਰੇ ਇਕੱਠੇ ਹੋ ਕਰਕੇ ਕਹਿਣੀ ਚਾਹੁੰਦੇ ਹਨ। ਪੁਰ ਕਸ਼ਮੀਰ ਆਦਿ ਤੇ ਆਏ ਇਹਨਾਂ ਦੇ ਪਾਸੋਂ ਮੈਨੂੰ ਪਤਾ ਲੱਗਿਆ ਵੀ ਕਸ਼ਮੀਰ ਜਾਂ ਹੋਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਹੋਏ ਇਕੱਠੇ ਹੋ ਕਰਕੇ ਆਪਣੇ ਪਾਸ ਪਹੁੰਚੇ ਹਨ। ਧਨ ਵਿਦਿਆ ਮੈਂ ਜੋ ਅਧਿਕਾਏ ਜਿਹੜਾ ਇਹਨਾਂ ਦੇ ਵਿੱਚ ਵਿਦਿਆ ਔਰ ਧਨ ਦੇ ਵਿੱਚ ਬੜੇ ਹੀ ਅਮੀਰ
ਬੜੀ ਵਿਦਿਆ ਵੀ ਹੈ ਤੇ ਬੜੇ ਅਮੀਰ ਧਨਾੜ ਵੀ ਹੈ ਬਣੇ ਹੋਏ ਹਨ। ਜੋ ਨਰ ਗਨ ਮਹਿ ਹੈ ਪ੍ਰਧਾਨ। ਔਰ ਜਿਨ੍ਹਾਂ ਦਾ ਪਬਲਿਕ ਦੇ ਵਿੱਚ ਬੜਾ ਮਾਣ ਸਤਿਕਾਰ ਵੀ ਬਣਿਆ ਹੋਇਆ ਹੈ ਔਰ ਸਮਾਜ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਬੜੇ ਮੁਖੀ ਔਰ ਪ੍ਰਧਾਨ ਕਹਾਉਣ ਵਾਲੇ ਹਨ ਤੇ ਪਹੁੰਚੇ ਦੀਰਘ ਬੁੱਧਵਾਨ। ਇਹੋ ਜਿਹੇ ਜਿਹੜੇ ਪਬਲਿਕ ਦੇ ਵਿੱਚ ਬੜੇ ਮਾਣੇ ਮੰਨੇ ਸਤਿਕਾਰੇ ਵਿਦਵਾਨ ਪੰਡਤ ਆ ਤੁਹਾਡੇ ਪਾਸ ਹੈ, ਕੋਈ ਨਾ ਕੋਈ ਆਪਣੀ ਅਰਜ਼ ਕਰਨੀ ਚਾਹੁੰਦੇ ਹਨ। ਸੁਨਤ ਸ਼ਾਹੋ ਅਵਰੰਗ ਵਿਚਾਰੇ। ਇਹ ਸੁਣ ਕਰਕੇ ਬਾਦਸ਼ਾਹ ਔਰੰਗਜ਼ੇਬ ਵਿਚਾਰ ਕਰਨ ਲੱਗ ਪਿਆ ਵੀ ਮੈਂ ਹੀ ਆਪਣੇ ਵੱਲੋਂ ਇਹਨਾਂ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੇ ਲਈ ਕਸ਼ਮੀਰ ਦੇ ਇਲਾਕੇ ਦੇ ਵਿੱਚ ਪਰਵਾਨੇ ਪਹਿਲਾਂ ਭੇਜੇ ਹਨ। ਸ਼ਰਾਬਾਤ ਲਖ ਨਿਕਟ ਹਕਾਰੇ। ਔਰ ਸ਼ਰਾ ਦੀ ਗੱਲ ਨੂੰ ਜਾਣਦੇ ਹੋਇਆਂ ਬਾਦਸ਼ਾਹ ਔਰੰਗਜ਼ੇਬ ਨੇ ਇਹਨਾਂ ਸਾਰਿਆਂ ਨੂੰ ਆਪਣੇ ਪਾਸ ਬੁਲਾਉਣ ਦੇ ਲਈ ਹੁਕਮ ਕਰ ਦਿੱਤਾ ਸੀ। ਸੁਨ ਆਏ ਸਕੋ ਦਿਜ ਸਮੁਦਾਏ। ਜਦੋਂ ਬਾਦਸ਼ਾਹ ਦੀ ਹੋ ਗਈ ਆਗਿਆ ਉਸੇ ਵਕਤ ਜਿਹੜੇ ਥਾਂ ਥਾਂ ਤੋਂ ਬੜੇ ਵਿਦਵਾਨ ਪੜ੍ਹੇ ਲਿਖੇ ਇੱਕ ਥਾਂ ਤੇ ਇਕੱਤਰ ਹੋ ਕਰਕੇ ਆਏ ਸੀ। ਪਹੁੰਚੇ ਜਮਨ ਸਭਾ ਲੱਗ ਜਾਏ। ਜਿੱਥੇ ਹੁਣ ਦੋਟ ਪਾਪੀ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਸਭਾ ਲਗਾਈ ਹੋਈ ਹੈ। ਬੈਠੇ ਕਾਜੀ ਬ੍ਰਿੰਦ ਮੁਲਾਨੇ। ਜਿੱਥੇ ਹੁਣ ਬਾਦਸ਼ਾਹ ਦੇ ਕੋਲ ਹੀ ਵੱਡੇ ਵੱਡੇ ਕਾਜੀ ਮੁਲਾਣੇ ਜਿਹੜੇ ਇਸ ਦੇ ਦਿਮਾਗ ਨੂੰ ਹਰ ਵਕਤ ਬੜਾ ਵਿਗਾੜਦੇ ਹੀ ਰਹਿੰਦੇ ਸਨ। ਗਨ ਉਮਰਾਵ ਮਹਾ ਮਨ ਮਾਨੇ। ਇਸੇ ਤਰ੍ਹਾਂ ਪਹਿਲਕਾਰ ਨਵਾਬ ਮਨ ਮਾਨੇ ਜਿਨ੍ਹਾਂ ਦੇ ਮਨ ਦੇ ਵਿੱਚ ਆਪਣੀ ਸ਼ਰ੍ਹਾ ਦਾ ਆਪਣੀ ਹਕੂਮਤ ਦਾ ਆਪਣੀ ਮਾਇਆ ਦਾ ਬੜਾ ਮਾਨ ਅਹੰਕਾਰ ਵੀ ਭਰਿਆ ਹੋਇਆ ਸੀ। ਜਰੇ ਜਵਾਹਰ ਜੇਵਰ ਸਾਰੇ। ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਪਰ ਸੋਨੇ ਚਾਂਦੀ ਦੇ ਗਹਿਣੇ ਜਿਨ੍ਹਾਂ ਦੇ ਵਿੱਚ ਬੜੇ ਬੇਕੀਮਤੀ ਹੀਰੇ ਜ਼ਵਾਰ ਆਦਿਕ ਵੀ ਚਮਕਦੇ ਔਰ ਦਮਕਦੇ ਹੋਏ ਜੜਵਾਏ ਹੋਏ ਸਨ। ਪਹਿਰੇ ਬਸਤਰ ਮਹਾ ਦੁੱਤ ਧਾਰੇ। ਇਹੋ ਜਿਹੇ ਨਵਾਬ ਉਹ ਐਲਕਾਰ ਸਰੀਰ ਦੇ ਉੱਪਰ ਵੀ ਬੜੀਆਂ ਮਹਿੰਗੀਆਂ ਮਹਿੰਗੀਆਂ ਪੋਸ਼ਾਕਾਂ ਪਾ ਕੇ ਫਿਰ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ ਕਰਦੇ ਸਨ। ਝੁਕ ਝੁਕ ਵਿਪਰਨ ਕੀਨ ਸਲਾਮ। ਜਿਹੜੇ ਵਿਚਾਰੇ ਪਹਿਲਾਂ ਹੀ ਵਿਪਤਾ ਦੇ ਗਰਸੇ ਹੋਏ ਪੰਡਤ ਵਿਦਵਾਨ ਇਹਨਾਂ ਨੇ ਬਾਦਸ਼ਾਹ ਦੀ ਕਚਹਿਰੀ 'ਚ ਜਾ ਕਰਕੇ ਆਪਣੇ ਵੱਲੋਂ ਚੌਕ ਚੌਕ ਕਰਕੇ ਸਲਾਮਾਂ ਕੀਤੀਆਂ ਹਨ। ਪੁੰਨ ਕਰ ਜੋਰੇ ਖਰੇ ਤਮਾਮ। ਫਿਰ ਸਾਰੇ ਬ੍ਰਾਹਮਣ ਵਿਦਵਾਨ ਦੋਵੇਂ ਹੱਥ ਜੋੜ ਕੇ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਖੜੇ ਹੋ ਗਏ ਸੀ। ਨਿਜ ਦਿਸ਼ ਸ਼ਾਹੋ ਤਵਾਜੈ ਹੋਵਾ। ਜਦੋਂ ਇਹਨਾਂ ਸਿਆਣੇ ਸਿਆਣੇ ਪੰਡਤ ਵਿਦਵਾਨਾਂ ਨੇ ਦੇਖਿਆ ਵੀ ਹੁਣ ਬਾਦਸ਼ਾਹ ਦਾ ਜਿਹੜਾ ਰੁੱਖ ਸਾਡੇ ਵੱਲ ਹੋ ਚੁੱਕਿਆ ਪਹਿਲਾਂ ਆਪਣੇ ਮੀਰਾ ਬਜ਼ਾਰਾਂ ਦੇ ਨਾਲ ਗੱਲਾਂ ਬਾਤਾਂ ਮਾਰਦਾ ਹੋਊਗਾ ਪਰ ਜਦੋਂ ਦੇ ਲਿਆ ਵੀ ਹੁਣ ਬਾਦਸ਼ਾਹ ਔਰੰਗਜ਼ੇਬ ਦਾ ਜਿਹੜਾ ਉਹ ਰੁੱਖ ਸਾਡੇ ਵੱਲ ਹੋ ਚੁੱਕਿਆ ਹੈ। ਸੁਨਿਓ ਚਾਹੇ ਇਮ ਜਬ ਹੂੰ ਜੋਵਾ। ਇਹਨੇ ਬੜੇ ਸਿਆਣੇ ਪੜ੍ਹੇ ਲਿਖੇ ਦੇਖਿਆ ਵੀ ਹੁਣ ਬਾਦਸ਼ਾਹ ਔਰੰਗਜ਼ੇਬ ਨੇ ਸਾਡੀ ਜਿਹੜੀ ਪੁਕਾਰ ਸਾਡੀ ਫਰਿਆਦ ਵੀ ਬੜੇ ਧਿਆਨ ਦੇ ਨਾਲ ਸੁਣ ਲੈਣੀ ਹੈ। ਭਈ ਸਤੀਰਜ ਅਰਜ ਗੁਜ਼ਾਰੈ। ਮਨ ਦੇ ਅੰਦਰ ਬੜਾ ਧੀਰਜ ਧਾਰਨ ਕਰਦੇ ਹੋਇਆ ਇਹ ਮਾਨ ਵਿਦਵਾਨ ਪੰਡਤ ਬਾਦਸ਼ਾਹ ਦੇ ਅੱਗੇ ਆਪਣੀ ਫਰਿਆਦ ਕਰਨ ਲੱਗ ਪਏ ਹਨ। ਹੋਏ ਲਚਾਰ ਤੁਮ ਨਿਕਟ ਪੁਕਾਰੈ। ਕਹਿ ਲਗੇ ਬਾਦਸ਼ਾਹ ਸਲਾਮਤ ਉਸੇ ਦਾ ਬੜੇ ਦੁਖੀ ਬੜੇ ਤੰਗ ਹੋ ਕਰਕੇ ਤੁਹਾਡੇ ਪਾਸ ਵੱਡੀਆਂ ਵੱਡੀਆਂ ਮਜ਼ਲਾ ਕਰਦੇ ਹੋਇਆ ਮਸਾ ਮਸਾ ਪਹੁੰਚੇ ਹਾਂ। ਕਰਹਿ ਬਿਨਾਸਨ ਧਰਮ ਹਮਾਰੇ। ਦੇਖੋ ਤੁਸੀਂ ਸਾਡੇ ਧਰਮ ਨੂੰ ਭ੍ਰਿਸ਼ਟ ਕਰਨ ਦੇ ਲਈ
ਥਾਂ ਥਾਂ ਤੇ ਆਪਣੇ ਨਵਾਬਾਂ ਦੇ ਪਾਸ ਪਰਵਾਨੇ ਭੇਜ ਦਿੱਤੇ ਹਨ। ਹੋਏ ਲਾਚਾਰ ਤੁਮ ਨਿਕਟ ਪੁਕਾਰੈ। ਔਰ ਅਸੀਂ ਸਾਰੇ ਬਹੁਤ ਹੀ ਜ਼ਿਆਦਾ ਮਨ ਦੇ ਅੰਦਰ ਦੁਖੀ ਔਰ ਤੰਗ ਹੋ ਕਰਕੇ ਤੁਹਾਡੇ ਪਾਸ ਇੱਕ ਫਰਿਆਦ ਕਰਨ ਦੇ ਲਈ ਸਾਰੇ ਪੰਡਿਤ ਚੱਲ ਕਰਕੇ ਪਹੁੰਚੇ ਹਨ। ਹਿੰਦੁਨ ਲੈ ਹੈ ਸ਼ਰਾ ਮਝਾਰੇ। ਜੋ ਤੁਸੀਂ ਇਹ ਹੁਕਮ ਚਾਰੇ ਪਾਸੇ ਲਾਗੂ ਕਰ ਦਿੱਤਾ ਵੀ ਆ ਜਿਹੜੇ ਸਾਰੇ ਹਿੰਦੂ ਇਹਨਾਂ ਨੂੰ ਅਸੀਂ ਆਪਣੀ ਸ਼ਰ੍ਹਾ ਦੇ ਵਿੱਚ ਲੈ ਕਰਕੇ ਆਉਣਾ ਹੈ। ਸੋ ਰਾਵਰ ਕੀ ਮਰਜ਼ੀ ਜਾਨੀ। ਜਦੋਂ ਅਸੀਂ ਸਾਰੇ ਵਿਦਵਾਨ ਪੰਡਤਾਂ ਨੇ ਜਾਣੇ ਲੈ ਵੀ ਇਹ ਤਾਂ ਬਾਦਸ਼ਾਹ ਔਰੰਗਜ਼ੇਬ ਦੀ ਮਰਜ਼ੀ ਦੇ ਮੁਤਾਬਕ ਹੀ ਵੱਡੇ ਵੱਡੇ ਨਵਾਬਾਂ ਦੇ ਪਾਸ ਆ ਜਿਹੜੇ ਪਰਵਾਨੇ ਪਹੁੰਚ ਚੁੱਕੇ ਹਨ। ਇਸ ਪ੍ਰਕਾਰ ਹਮ ਮਿਲ ਮਨ ਮਾਨੀ। ਇਸ ਪ੍ਰਕਾਰ ਜਦੋਂ ਅਸੀਂ ਇਹ ਮਨ ਦੇ ਵਿੱਚ ਮਿਲ ਕਰਕੇ ਸਾਰਿਆਂ ਨੇ ਸਲਾਹ ਕੀਤੀ ਸੀ ਵਿਪਰਨ ਕੇ ਜਜਮਾਨ ਅਲੰਬ। ਵੀ ਸਾਡੇ ਵਰਗੇ ਬ੍ਰਾਹਮਣਾਂ ਦੇ ਜਿਹੜੇ ਜਜਮਾਨ ਇਹ ਇੱਕ ਆਸਰਾ ਰੂਪ ਹੋਇਆ ਕਰਦੇ ਹਨ। ਚੱਲਹਿ ਜੀਵਕਾ ਦੇਤ ਕਦੰਬ। ਬੜੇ ਲੰਬੇ ਸਮੇਂ ਤੋਂ ਸਾਡਾ ਜਿਹੜਾ ਰੁਜ਼ਗਾਰ ਇਹਨਾਂ ਜਜਮਾਨਾਂ ਦੇ ਆਸਰੇ ਹੀ ਪਹਿਲਾਂ ਤੋਂ ਚੱਲਦਾ ਆਇਆ ਹੈ। ਤਿੰਨ ਤੇ ਦਾਨ ਲੈਨ ਅਧਿਕਾਰੀ। ਤੇ ਸਾਰੇ ਜਿਹੜੇ ਬ੍ਰਾਹਮਣ ਆਪਣੇ ਜਜਮਾਨਾਂ ਦੇ ਪਾਸੋਂ ਵੱਡੇ ਵੱਡੇ ਦਾਨ ਲੈਣ ਦੇ ਵੀ ਅਧਿਕਾਰੀ ਬਣ ਚੁੱਕੇ ਹਨ। ਛਪੀ ਨਾ ਇਹੋ ਕਛ ਜਗਤ ਮਝਾਰੀ। ਇਹ ਜਿਹੜੀ ਹਕੀਕਤ ਆ ਸਾਰੇ ਹਿੰਦੁਸਤਾਨ ਦੇ ਵਿੱਚ ਬੜੀ ਮਸ਼ਹੂਰ ਹੈ ਵੀ ਜਿਹੜੇ ਬ੍ਰਾਹਮਣ ਪੰਡਤ ਆਪਣੇ ਖੱਤਰੀ ਜਜਮਾਨਾਂ ਦੇ ਪਾਸੋਂ ਅਨੇਕ ਪ੍ਰਕਾਰ ਦੇ ਲੈ ਕਰਕੇ ਨਾ ਦਾਨ ਫਿਰ ਆਪਣਾ ਇਹ ਗੁਜ਼ਾਰਾ ਪਰਿਵਾਰ ਦਾ ਚਲਾਉਂਦੇ ਹਨ। ਸੋ ਹਿੰਦੂ ਜਜਮਾਨ ਕਨੇਰੇ। ਇਸ ਕਰਕੇ ਬੜੇ ਜਿਹੜੇ ਹਿੰਦੂ ਲੋਕ ਸਾਡੇ ਜਜਮਾਨ ਵੀ ਸਾਰੇ ਇਲਾਕਿਆਂ 'ਚ ਬਣੇ ਹੋਏ ਹਨ। ਸਭ ਮਹਿ ਛਤਰੀ ਹੈ ਵਡੇਰੇ। ਪਰ ਇਹਨਾਂ ਦੇ ਵਿੱਚੋਂ ਸਾਰਿਆਂ ਨਾਲੋਂ ਜਿਹੜੇ ਵੱਡੇ ਜਜਮਾਨ ਖੱਤਰੀ ਬਣਦੇ ਹਨ। ਤੁਮ ਤੇ ਪ੍ਰਥਮ ਰਾਜ ਤਿਨ ਕੇਰਾ। ਤੋਂ ਪਹਿਲਾਂ ਭਾਰ ਦੇ ਵਿੱਚ ਇਹ ਜਿਹੜਾ ਖੱਤਰੀਆਂ ਦਾ ਹੀ ਰਾਜ ਭਾਗ ਬਣਿਆ ਹੋਇਆ ਸੀ। ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਇਹਨਾਂ ਖੱਤਰੀਆਂ ਦੇ ਬਰਨ ਦੇ ਵਿੱਚ ਹੋ ਚੁੱਕੇ ਹਨ। ਕਰਤ ਜਾਗੇ ਦੇ ਦਰਬ ਕਨੇਰਾ। ਜਦੋਂ ਵੀ ਨਾ ਉਹਨਾਂ ਵੱਡੇ ਵੱਡੇ ਖੱਤਰੀ ਰਾਜਿਆਂ ਨੇ ਜੱਗ ਕਰਨੇ ਸਾਨੂੰ ਵੀ ਫਿਰ ਉੱਥੇ ਦਾਨ ਰੂਪ ਦੇ ਵਿੱਚ ਬੜੀ ਮਾਇਆ ਬੜਾ ਧਨ ਪ੍ਰਾਪਤ ਹੋਇਆ ਕਰਦਾ ਸੀ। ਸੋ ਅਬ ਅਪਰਕ੍ਰਿਤ ਲਗ ਪਰੇ। ਉਹਨਾਂ ਖੱਤਰੀਆਂ ਦੇ ਵਿੱਚੋਂ ਬੜੇ ਭਾਵੇਂ ਹੋਰ ਕੋਈ ਇਹੋ ਜਿਹੇ ਕਾਰੋ ਵਿਹਾਰ ਇਸ ਸਮਾਜ ਦੇ ਅੰਦਰ ਕਾਰਨ ਵੀ ਲੱਗ ਪਏ ਹਨ। ਜਿਉਂ ਕਿਉਂ ਆਪਣ ਜੀਵਕਾ ਕਰੇ। ਜਿਵੇਂ ਕਿਵੇਂ ਉਹ ਹੁਣ ਆਪਣੀ ਜਿਹੜੀ ਉਹ ਜੀਵਕਾ ਆਪਣਾ ਜਿਹੜਾ ਗੁਜ਼ਾਰਾ ਕਿਸੇ ਨੇ ਖੇਤੀਪਤੀ ਤੇ ਕਈ ਆਪਣਾ ਜਿਹੜਾ ਹੈ ਬਿਜ਼ਨਸ ਦਾ ਕਿੱਤਾ ਵੀ ਕਰਨ ਲੱਗ ਪਏ ਹਨ। ਤਉ ਸਕਲ ਹਿੰਦੁਨ ਕੇ ਮਾਹੀ। ਪਰ ਫਿਰ ਵੀ ਹਿੰਦੂਆਂ ਦੇ ਵਿੱਚ ਬੜੇ ਜਿਹੜੇ ਸਾਡੇ ਜਜ਼ਬਾਨ ਖੱਤਰੀ ਘਰਾਣੇ ਦੇ ਸਦੀਆਂ ਤੋਂ ਹੀ ਬਣੇ ਹੋਏ ਹਨ। ਛਤਰੀ ਵੱਡੇ ਔਰ ਸਮ ਨਾਹੀ। ਇਹਨਾਂ ਖੱਤਰੀਆਂ ਦੇ ਸਮਾਨ ਹੋਰ ਕੋਈ ਵੱਡਾ ਨਹੀਂ ਹੋ ਸਕਦਾ ਹੈ। ਛਤਰੀ ਉੱਤਮ ਜਾਤੀ ਕਰਮ ਭਲੇਰੇ। ਜਿਹੜੇ ਖੱਤਰੀ ਬੜੇ ਹੀ ਹੋ ਜੇ ਉੱਤਮ ਕਰਮਾਂ ਨੂੰ ਕਰਨ ਵਾਲੇ ਹਨ ਉਹਨਾਂ ਦਾ ਸਮਾਜ ਦੇ ਵਿੱਚ ਬੜਾ ਮਾਨ ਸਤਿਕਾਰ ਵੀ ਹੋਇਆ ਕਰਦਾ ਹੈ। ਲਖੀਤ ਸਹਿਜ ਸੁਭਾਏ ਅਛੇਰੇ। ਇਹਨਾਂ ਖੱਤਰੀ ਜਜ਼ਮਾਨਾਂ ਨੂੰ ਪੰਡਤ ਲੋਕ ਤਾਂ ਆਪਣੇ ਆਪ ਹੀ ਭਲੀ ਪ੍ਰਕਾਰ ਜਾਣਨ ਵਾਲੇ ਹਨ। ਤਿੰਨ ਛਤਰੀਨ ਵਿਖੇ ਸਮ ਚਾਦਰ। ਇਹਨਾਂ ਨੇ ਫਿਰ ਜਿਹੜਾ ਆਪਣਾ ਅਸਲੀ ਮਨੋਰਥ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਦੱਸਿਆ ਵੀ ਜਿਹੜੇ ਇਹੋ ਜਿਹੇ ਸਾਰਿਆਂ ਨਾਲੋਂ ਉੱਤਮ ਖੱਤਰੀ ਉਹਨਾਂ ਦੇ ਵਿੱਚੋਂ
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਮ ਚਾਦਰ ਸਾਡੇ ਇੱਕ ਆਸਰਾ ਰੂਪ ਬਣੇ ਹੋਏ ਹਨ। ਸਭਨ ਵੱਡੇ ਸ੍ਰੀ ਤੇਗ ਬਹਾਦਰ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਵੱਡੇ ਔਰ ਪੂਜਨੀਕ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਐਸ ਵਕਤ ਜਿਨ੍ਹਾਂ ਦਾ ਸੰਗਤਾਂ 'ਚ ਬੜਾ ਤੇਜ ਪ੍ਰਤਾਪ ਵੀ ਵਧਿਆ ਹੋਇਆ ਹੈ। ਗੁਰੂ ਨਾਨਕ ਕੀ ਦੀਰਘ ਗਾਦੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਇੱਕ ਮਹਾਨ ਗੁਰਤਾ ਗੱਦੀ ਹੈ। ਫਿਰ ਹਵੈ ਸਿੱਖੀ ਕੀਨ ਆਬਾਦੀ ਇਸ ਸਿੰਘਾਸਣ ਦੇ ਉੱਪਰ ਬਿਰਾਜਮਾਨ ਹੋ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬੜੀਆਂ ਜਿਹੜੀਆਂ ਰੌਣਕਾਂ ਗੁਰ ਸਿੱਖੀ ਨੂੰ ਬਖਸ਼ੀਆਂ ਹੋਈਆਂ ਹਨ। ਜਗ ਕੇ ਪੂਜ ਬਿਦਤ ਚਾਹੂੰ ਓਰੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜਿਹੜੀ ਪੂਜਾ ਗੁਰ ਸਿੱਖਾਂ ਬੜੀ ਸ਼ਰਧਾ ਭਾਵਨਾ ਦੇ ਸਹਿਤ ਚਾਰੇ ਦਿਸ਼ਾ ਦੇ ਵਿੱਚ ਹੀ ਕਰ ਰਹੇ ਹਨ। ਚਰਨ ਨਿਹੋਰਤ ਦਵੈ ਕਰ ਜੋਰੇ ਜਿਹੜੇ ਨੇ ਹਿੰਦੂ ਧਰਮ ਨੂੰ ਧਾਰਨ ਕਰਨ ਵਾਲੇ ਲੋਕ ਉਹ ਤਾਂ ਫਿਰ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਜਿਹੜੀ ਪੂਜਾ ਸਦਾ ਦੇ ਲਈ ਕਰਦੇ ਰਹਿੰਦੇ ਹਨ। ਮਾਨ ਨੀਏ ਸਭ ਕੇ ਸਿਰ ਮੋਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਸ਼੍ਰੋਮਣੀ ਤੇ ਬੜੇ ਪੂਜਨੀਕ ਬਣੇ ਹੋਏ ਹਨ। ਜਿਨ ਕੇ ਸਾਹਮਣੇ ਦੂਸਰ ਔਰ ਜਿਨ੍ਹਾਂ ਦੇ ਸਮਾਨ ਬੜਾ ਤੇਜ ਪ੍ਰਤਾਪੀ ਕੋਈ ਵੀ ਜਿਹੜਾ ਗੁਰੂ ਪੀਰ ਸਾਨੂੰ ਤਾਂ ਸਾਹਮਣੇ ਨਜ਼ਰ ਨਹੀਂ ਆਉਂਦਾ ਹੈ। ਸੰਗਤ ਨਹੀਂ ਹਜ਼ਾਰੋਂ ਮਨ ਹੈ ਜਿਨ੍ਹਾਂ ਨੂੰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨਵੇਂ ਬਣੇ ਹੋਏ ਪ੍ਰੇਮੀ ਉਹ ਵੀ ਪੂਜਦੇ ਔਰ ਮੰਨਦੇ ਰਹਿੰਦੇ ਹਨ। ਅਨਕਾ ਕੋਰਨ ਕੋ ਨਿਤ ਅਨ ਹੈ ਰੋਜ਼ਾਨਾ ਜਿਹੜਾ ਹਿੰਦੂ ਲੋਕ ਬੜੀਆਂ ਭੇਟਾਵਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕਰਕੇ ਅਰਪਣ ਕਰਦੇ ਹਨ। ਜਿਨ ਕੋ ਭਨਿਓ ਮਾਨ ਮਨ ਸਾਰੇ ਇਹ ਜਿਹੜਾ ਵਿਦਵਾਨ ਪੰਡਤ ਕਹਿਣ ਲੱਗੇ ਬਾਦਸ਼ਾਹ ਸਲਾਮਤ ਵੀ ਜਿਨ੍ਹਾਂ ਦੇ ਕਹੇ ਹੋਏ ਬਚਨ ਸਾਰੇ ਹਿੰਦੁਸਤਾਨ ਦੇ ਜਿਹੜੇ ਲੋਕ ਮੰਨਣ ਦੇ ਲਈ ਤਿਆਰ ਹੋ ਜਾਂਦੇ ਨੇ। ਜਿਹੜਾ ਬਚਨ ਕਰਤਾ ਨਾ ਮਾਰਨ ਆਪਣੀ ਰਸਨਾ ਤੋਂ ਫਿਰ ਉਸ ਬਚਨ ਨੂੰ ਸਾਰੇ ਜਿਹੜੇ ਹਿੰਦੂ ਲੋਕ ਬੜੇ ਮਾਨ ਸਤਿਕਾਰ ਦੇ ਸਹਿਤ ਮੰਨਣ ਦੇ ਲਈ ਤਿਆਰ ਹੋ ਜਾਂਦੇ ਹਨ। ਹੁਣ ਜਿਸ ਪ੍ਰਕਾਰ ਇਹਨਾਂ ਪੰਡਤਾਂ ਨੇ ਬ੍ਰਾਹਮਣਾਂ ਨੇ ਆਪਣੀ ਜਿਹੜੀ ਪੀੜਾ ਬਾਦਸ਼ਾਹ ਦੇ ਅੱਗੇ ਦੱਸਣੀ ਹੈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾਂ ਤਾਈ ਨੇ ਹਾਲ ਕਰ ਰਹੇ ਨੇ। ਸੰਗਤ ਨਹੀਂ ਹਜ਼ਾਰੋਂ ਮਨ ਹੈ ਅਨਕ ਅਕੋਰਨ ਕੋ ਨਿਤ ਅਨ ਹੈ ਸੰਗਤ ਨਹੀਂ ਹਜ਼ਾਰੋਂ ਮਨ ਹੈ ਅਨਕ ਅਕੋਰਨ ਕੋ ਨਿਤ ਅਨ ਹੈ ਚੁੱਤ ਪਾਰ ਬ੍ਰਹਮ ਅਬਿਨਾਸੀ